ਚੌਂਕੀਆਂ ਝੰਡੇ ਬੂੰਗੇ ਸਿੱਖ ਦੀ ਅਰਦਾਸ ਦਾ ਹਿੱਸਾ ਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਸੁਭਾਏਬਾਨ ਬੂੰਗਾ ਰਾਮਗੜੀਆ। ਰੋਜ਼ਾਨਾ ਲੱਖਾਂ ਦੀ ਤਾਦਾਦ ਦੇ ਵਿੱਚ ਸਿੱਖ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਆਉਂਦੀਆਂ ਨੇ, ਦਰਸ਼ਨ ਦਿਦਾਰੇ ਕਰਦੀਆਂ ਨੇ, ਦਰਸ਼ਨ ਇਸ਼ਨਾਨ ਕਰਦੀਆਂ ਨੇ। ਪਰ ਬਹੁਤ ਹੀ ਘੱਟ ਲੋਕ ਨੇ, ਬਹੁਤ ਘੱਟ ਸੰਗਤਾਂ ਨੇ ਜਿਨ੍ਹਾਂ ਨੂੰ ਜੋ ਬੂੰਗੇ ਨੇ, ਇਹਨਾਂ ਬੂੰਗਿਆਂ ਦਾ ਇਤਿਹਾਸ ਪਤਾ ਹੋਵੇ। ਜਾਂ ਇਸ ਦਾ ਇੱਕ ਵੱਡਾ ਕਾਰਨ ਇਹ ਵੀ ਸੀ ਕਿ ਇਹਨਾਂ ਬੂੰਗਿਆਂ ਨੂੰ ਜੋ ਰਸਤਾ ਜਾਂਦਾ ਸੀ ਉਸ ਦੇ ਬਾਰੇ ਸੰਗਤਾਂ ਨੂੰ ਬਹੁਤਾ ਨਹੀਂ ਸੀ ਪਤਾ। ਪਰ ਅੱਜ ਸਿੱਖ ਸੰਗਤਾਂ ਦੇ ਲਈ, ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਲਈ ਖੁਸ਼ੀ ਦਾ ਮੌਕਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਰਬਾਰ ਸਾਹਿਬ ਦੀ ਜੋ ਪਰਿਕਰਮਾ ਹੈ ਉਸ ਦੇ ਵਿੱਚੋਂ ਜੋ ਬੂੰਗਾ ਰਾਮਗੜੀਆ ਹੈ ਉਸ ਦੇ ਲਈ ਰਾਹ ਜਿਹੜਾ ਉਹ ਬਣਾਉਣ ਦੀ ਤਜਵੀਜ਼ ਰੱਖੀ ਹੈ। 10 ਕਰੋੜ ਰੁਪਏ ਦੇ ਨਾਲ ਜਿਹੜਾ ਇਸ ਦਾ ਨਵੀਨੀਕਰਨ ਹੋਵੇਗਾ। ਸੋ ਇਸ ਜੋ ਕਾਫੀ ਲੰਮੇ ਸਮੇਂ ਤੋਂ ਸਿੱਖ ਸੰਗਤਾਂ ਦੀ ਇਹ ਮੰਗ ਸੀ, ਜਿਸ ਦੇ ਵਿੱਚ ਜਿਹੜਾ ਰਾਮਗੜੀਆ ਫੈਡਰੇਸ਼ਨ ਹੈ ਉਸ ਤੋਂ ਇਲਾਵਾ ਭਾਈ ਰਾਮ ਸਿੰਘ ਹੋਰਾਂ ਦਾ ਵੀ ਵੱਡਾ ਜਿਹੜਾ ਯੋਗਦਾਨ ਰਿਹਾ। ਕਾਫੀ ਪਿਛਲੇ ਲੰਮੇ ਸਮੇਂ ਤੋਂ, ਕਈ ਸਾਲਾਂ ਤੋਂ ਜੋ ਇਸ ਸੰਘਰਸ਼ ਦੇ ਵਿੱਚ ਲੱਗੇ ਹੋਏ ਸਨ ਕਿ ਜਿਹੜਾ ਰਸਤਾ ਖੁਲਵਾਇਆ ਜਾਵੇ, ਤੇ ਸੰਗਤਾਂ ਦੀ ਵੀ ਇਹ ਮੰਗ ਨੂੰ ਅੱਜ ਬੂਰ ਪਿਆ। ਭਾਈ ਸਾਹਿਬ, ਸਭ ਤੋਂ ਪਹਿਲਾਂ ਗੁਰੂ ਫਤਿਹ ਅਰਜ਼ ਕਰਦੇ ਹਾਂ। ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਿਰੋਕਣੀ ਮੰਗ ਅੱਜ ਪੂਰੀ ਹੋਈ ਹੈ ਤੇ ਰਸਤਾ ਜਿਹੜਾ ਦਰਬਾਰ ਸਾਹਿਬ ਦੀ ਜਿਹੜੀ ਪਰਿਕਰਮਾ ਹੈ ਉਸ ਦੇ ਵਿੱਚੋਂ ਇਸ ਇਤਿਹਾਸਕ ਜੋ ਇਮਾਰਤ ਹੈ ਉਸ ਨੂੰ ਮਿਲਿਆ ਹੈ, ਤੇ ਕੀ ਤਜਵੀਜ਼ ਜਿਹੜਾ ਉਹ ਰੱਖੀ ਗਈ ਹੈ? ਸਭ ਤੋਂ ਪਹਿਲਾਂ ਤਾਂ ਮੈਂ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਗੁਜ਼ਾਰ ਹਾਂ ਕਿ ਅੱਜ ਰਾਮਗੜੀਆ ਬੂੰਗਾ ਜੋ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਨਾਲ ਸਥਾਪਿਤ ਹੈ। ਔਰ ਜੋ ਸਿੱਖ ਸੰਗਤਾਂ, ਸਮੁੱਚੇ ਸਿੱਖ ਜਗਤ ਦੀ ਬੜੇ ਲੰਬੇ ਸਮੇਂ ਤੋਂ ਮੰਗ ਸੀ ਕਿ ਰਾਮਗੜੀਆ ਬੂੰਗਾ ਜੋ ਇਤਿਹਾਸਕ ਵਿਰਾਸਤ ਹੈ ਸਾਡੀ, ਉਸ ਨੂੰ ਦੇਖਣ ਵਾਸਤੇ, ਉਸ ਨੂੰ ਉਹਦੇ ਅੰਦਰ ਕੀ ਬਣਿਆ ਹੋਇਆ, ਕੀ ਹੈ ਸਾਰਾ ਕੁਝ, ਉਹਦੇ ਵਿੱਚ ਜਾਣ ਵਾਸਤੇ ਸੰਗਤਾਂ ਦੀ ਬਹੁਤ ਵੱਡੀ ਮੰਗ ਸੀ। ਲੇਕਿਨ ਲੰਬੇ ਸਮੇਂ ਤੋਂ ਇਹ ਗੱਲ ਆ ਰਹੀ ਸੀ ਕਿਉਂਕਿ ਰਾਮਗੜੀਆ ਬੂੰਗਾ ਦੇ ਵਿੱਚ ਜਾਣ ਵਾਸਤੇ ਕੋਈ ਰਸਤਾ ਜਿਹੜਾ ਸੀ ਉਹ ਕਲੀਅਰ ਨਹੀਂ ਸੀ, ਕੋਈ ਹੈਗਾ, ਦਿਸ ਨਹੀਂ ਰਿਹਾ। ਸੰਗਤਾਂ ਪੁੱਛਦੀਆਂ ਸੀ ਲੇਕਿਨ ਕਈ ਵਾਰ ਨਿਰਾਸ਼ਤਾ ਹੁੰਦੀ ਸੀ, ਪਤਾ ਨਹੀਂ ਸੀ ਲੱਗਦਾ। ਲੇਕਿਨ ਸੰਗਤਾਂ ਦੀ ਮੰਗ ਦੇ ਅਨੁਸਾਰ ਅੱਜ ਮੈਂ ਬਹੁਤ ਜਿੱਥੇ ਵਧਾਈ ਦਿੰਦਾ, ਉੱਥੇ ਬਹੁਤ ਕੋਟਾਨ ਕੋਟ, ਜਿੱਥੇ ਗੁਰੂ ਸਾਹਿਬ ਦਾ ਧੰਨਵਾਦ ਕਰਦਾ, ਉੱਥੇ ਮਾਨਯੋਗ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਿਕਾਰਯੋਗ ਬੀਬੀ ਜਗੀਰ ਕੌਰ ਜੀ, ਔਰ ਸਾਡੇ ਸਿੰਘ ਸਾਹਿਬ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਮਲਕੀਤ ਸਿੰਘ ਜੀ, ਔਰ ਸਮੁੱਚੀਆਂ ਸਿੱਖ ਸੰਗਤਾਂ ਜਿਹੜੀਆਂ ਸੀ ਅੱਜ ਇਸ ਬੁੰਗੇ ਦੇ ਵਿੱਚ ਸ਼ਾਮਲ ਹੋ ਕਰਕੇ, ਇੱਥੇ ਆ ਕਰਕੇ ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿੱਚ ਅਰਦਾਸ ਕੀਤੀ ਹੈ ਕਿ ਇਹ ਜਿਹੜਾ ਸਿੱਖ ਸੰਗਤਾਂ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਨਵੀਨੀਕਰਨ ਕਰਕੇ, ਇਸ ਨੂੰ ਲਾਂਘਾ ਦੇ ਕਰਕੇ ਸਿੱਖ ਸੰਗਤਾਂ ਵਾਸਤੇ ਜਿਹੜਾ ਉਹ ਖੋਲ੍ਹਿਆ ਜਾਵੇਗਾ। ਨਵੀਨੀਕਰਨ ਦੀ ਜੇ ਆਪਾਂ ਗੱਲ ਕਰੀਏ, ਕਿਉਂਕਿ ਜਦੋਂ ਪਹਿਲਾਂ ਬੂੰਗਾ ਜਿਹੜਾ ਰਸਤਾ ਸੀ ਉਹ ਪੁਰਾਣਾ ਰਸਤਾ ਸੀ, ਲੰਗਰ ਹਾਲ ਵਾਲਾ ਰਸਤਾ, ਬਹੁਤ ਘੱਟ ਲੋਕ, ਗਿਣਤੀ ਦੇ ਲੋਕ ਆਉਂਦੇ ਸਨ, ਤੇ ਅੰਦਰਲੀ ਜਿਹੜੀ ਇਮਾਰਤ ਹੈ ਉਸ ਦੇ ਬਾਰੇ ਵੀ ਨਹੀਂ ਪਤਾ ਸੀ, ਤੇ ਅੰਦਰ ਜਾਣ ਨੂੰ ਵੀ ਉਹ ਇੱਕ ਕੋਈ ਵਧੀਆ ਰਾਹ ਨਹੀਂ ਸੀ ਥੱਲੇ ਜਾਣ ਨੂੰ। ਤੇ ਹੁਣ ਕਿਹੜਾ ਇਹਦੇ ਵਿੱਚ ਜਿਹੜਾ ਪ੍ਰੋਜੈਕਟ, ਨਵਾਂ ਪ੍ਰੋਜੈਕਟ ਉਹ ਲਿਖਿਆ ਗਿਆ ਹੈ, ਕੀ ਉਹਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ, ਕੀ ਉਸ ਦੇ ਵਿੱਚ ਜਿਹੜਾ ਨਕਸ਼ਾ ਨਵੀਸ ਜੋ ਸਾਰਾ ਕੀਤਾ ਗਿਆ ਹੈ, ਰੂਟ ਮੈਪ ਕੀ ਹੈ ਸਾਰਾ? ਅਸਲ ਵਿੱਚ ਇਸ ਜਿਹੜੇ ਬੁੰਗੇ ਹਨ ਨਾ ਜੀ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗਾ ਟਲ, ਇਹ ਸਾਡੀ ਅਰਦਾਸ ਦਾ ਇੱਕ ਹਿੱਸਾ ਹੈ। ਬਹੁਤ ਸਾਰੇ ਬੁੰਗੇ ਜਿਹੜੇ ਸੀ ਉਹ ਜਦੋਂ ਪਰਿਕਰਮਾ ਆਪਣੀ ਇੱਥੇ ਚੌੜੀ ਹੋਈ ਹੈ ਤਾਂ ਵੱਡੀ ਕੀਤੀ ਸੀ, ਉਸ ਟਾਈਮ ਦੇ ਉੱਤੇ ਬਹੁਤ ਬੁੰਗੇ ਜਿਹੜੇ ਸੀ ਉਹ ਚਲੇ ਗਏ। ਲੇਕਿਨ ਇੱਕੋ ਇੱਕ ਬੁੰਗਾ ਰਾਮਗੜੀਆ ਬੁੰਗਾ ਸੀ ਜਿਹੜਾ ਇਸ ਵੇਲੇ ਜੋ ਸਾਡੇ ਇਤਿਹਾਸ ਦੇ ਵਿੱਚ ਔਰ ਅਰਦਾਸ ਦੇ ਵਿੱਚ ਸ਼ਾਮਿਲ ਹੈ, ਔਰ ਉਸ ਨੂੰ ਰੂਪਮਾਨ ਕਰਦਾ ਹੈ ਕਿ ਆਹ ਬੁੰਗੇ ਜਿਹੜੇ ਸੀਗੇ ਉਹ ਪਰਿਕਰਮਾ ਦੇ ਵਿੱਚ ਸੁਭਾਈਮਾਨ ਸੀਗੇ। ਤੇ ਇਸ ਬੁੰਗੇ ਨੂੰ ਦੇਖਣ ਵਾਸਤੇ ਜੋ ਸਿੱਖ ਸੰਗਤਾਂ ਆਉਂਦੀਆਂ ਸੀਗੀਆਂ, ਉਹ ਰਸਤਾ ਜਿਹੜਾ ਸੀ ਉਹਦਾ ਜ਼ਰੂਰੀ ਸੀਗਾ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੇ ਬਾਰ-ਬਾਰ ਸਿੱਖ ਸੰਗਤਾਂ ਵੱਲੋਂ ਵੀ ਮੰਗ ਆਉਂਦੀ ਸੀਗੀ ਔਰ ਸਿੱਖ ਜਗਤ ਵੱਲੋਂ ਵੀ ਮੰਗ ਆਉਂਦੀ ਸੀਗੀ, ਔਰ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹਾਂ। ਜਦੋਂ ਦੀ ਮੈਨੂੰ ਸੇਵਾ ਮਿਲੀ ਹੋਈ, ਮੇਰੇ ਮਨ ਦੇ ਵਿੱਚ ਵੀ ਇਹ ਤਾਕ ਸੀ ਕਿ ਮੈਂ ਜੋ ਮੈਨੂੰ ਸੇਵਾ ਗੁਰੂ ਸਾਹਿਬ ਨੇ ਦਿੱਤੀ ਹੈ, ਤੇ ਮੈਂ ਆਪਣੀ ਟਰਮ ਦੇ ਵਿੱਚ ਘੱਟੋ ਘੱਟ, ਜਿੱਥੇ ਭਾਈ ਲਾਲੋ ਜੀ ਦਾ ਜਿਹੜਾ ਜਨਮ ਦਿਨ ਸੀ ਉਹ ਪਹਿਲੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਅਸੀਂ ਪਿਛਲੇ ਸਾਲ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਮਨਾਇਆ ਸੀ। ਲੇਕਿਨ ਉਸ ਤੋਂ ਬਾਅਦ ਇਹ ਜਿਹੜਾ ਬੁੰਗਾ ਸੀਗਾ, ਇਸ ਨੂੰ ਰਸਤਾ ਜਿਹੜਾ ਸੀ ਉਹ ਬਹੁਤ ਜ਼ਰੂਰੀ ਸੀ, ਤੇ ਰਸਤੇ ਨੂੰ ਬਣਾਉਣ ਦੀ ਖਾਤਰ ਫਿਰ ਅਸੀਂ ਐਗਜ਼ੈਕਟਿਵ ਦੇ ਵਿੱਚ ਅਸੀਂ ਬਾਰ-ਬਾਰ ਇਹ ਲੈ ਕੇ ਆਏ ਸੀਗੇ। ਤੇ ਬੜੇ ਲੰਬੇ ਸਮੇਂ ਤੋਂ, ਪਿਛਲੇ 5-4 ਸਾਲ ਤੋਂ ਲੈ ਕਰਕੇ ਸਾਡੀਆਂ ਇਹ ਜਿਹੜੇ ਯਤਨ ਸੀ, ਐਗਜ਼ੈਕਟਿਵ ਦੇ ਵਿੱਚ ਸਾਡੀਆਂ ਚਿੱਠੀਆਂ ਜਾਂਦੀਆਂ ਰਹੀਆਂ ਨੇ, ਲੇਕਿਨ ਹਰੇਕ ਐਗਜ਼ੈਕਟਿਵ ਨੇ ਆਪਣੇ ਢੰਗ ਦੇ ਨਾਲ ਸੋਹਣਾ ਸਾਡੀ ਸਾਰਿਆਂ ਦੀ ਸਮਰਥਨ ਕਰਦੀ ਰਹੀ ਹੈ। ਲੇਕਿਨ ਸਾਨੂੰ ਖੁਸ਼ੀ ਇਸ ਗੱਲ ਦੀ ਹੋਈ ਕਿ ਇਹ ਜਿਸ ਕੇ ਮਸਤਕ ਭਾਗ ਸੁ ਸੇਵਾ ਲਾਇਆ, ਇਹ ਜਿਹੜਾ ਸਿਹਰਾ ਸੀਗਾ
ਉਹ ਸਤਿਕਾਰਯੋਗ ਬੀਬੀ ਜਗੀਰ ਕੌਰ ਦੇ ਹਿੱਸੇ ਆਇਆ ਔਰ ਪ੍ਰਧਾਨ ਇਹਨਾਂ ਦੇ ਹੁੰਦਿਆਂ ਹੋਇਆਂ ਇਹ ਮਤਾ ਜਿਹੜਾ ਸੀ ਉਹ ਉਸ ਨੂੰ ਪ੍ਰਵਾਨਗੀ ਹੋਈ ਔਰ ਜਿਹੜਾ ਲਾਂਘੇ ਦੀ ਸਾਡੀ ਮੰਗ ਸੀ ਕਿਉਂਕਿ ਜੇ ਇਹ ਪ੍ਰਕਾਰ ਸਾਡੀ ਅਰਦਾਸ ਦਾ ਹਿੱਸਾ ਹੈ ਤੇ ਫਿਰ ਇਹ ਦਰਬਾਰ ਸਾਹਿਬ ਦਾ ਵੀ ਹਿੱਸਾ ਹੈਗੇ ਆ ਇਹ ਬੁੰਗਾ ਜਿਹੜਾ ਹੈਗਾ ਤੋ ਇਸ ਕਰਕੇ ਜ਼ਰੂਰੀ ਸੀ ਇਹ ਪ੍ਰਕਰਮਾਂ ਦੇ ਵਿੱਚੋਂ ਇੱਕ ਇਸ ਤਰ੍ਹਾਂ ਸਿੱਖ ਸੰਗਤਾਂ ਜਿਹੜੀਆਂ ਸੀ ਇਸ ਬੁੰਗੇ ਦੇ ਵਿੱਚ ਆ ਕੇ ਦਰਸ਼ਨ ਕਰਦੀਆਂ ਤੇ ਪ੍ਰਕਰਮਾਂ ਦੇ ਦਰਸ਼ਨ ਕਰਕੇ ਉਹ ਫਿਰ ਪ੍ਰਕਰਮਾਂ ਦੇ ਵਿੱਚ ਵਾਪਸ ਚਲੀਆਂ ਜਾਂਦੀਆਂ ਸੋ ਇਸ ਕਰਕੇ ਜਿਹੜੀ ਨਾਲ ਲੱਗਦੀ ਜਗ੍ਹਾ ਜਿਹੜੀ ਹੈ ਜਿਹੜੀ ਆਪਾਂ ਖਾਲੀ ਜਗ੍ਹਾ ਦੇਖ ਰਹੇ ਹਾਂ ਨਾਲ ਬਿਲਕੁਲ ਥੋੜੀ ਜਗ੍ਹਾ ਤੇ ਇਹ ਜਗ੍ਹਾ ਜਿਹੜੀ ਆ ਇਹ ਚੁਣੀ ਗਈ ਆ ਜਗ੍ਹਾ ਇਸ ਰਸਤੇ ਵਾਸਤੇ ਔਰ ਇਹਦਾ ਜਿਹੜਾ ਆਰਕੀਟੈਕਟ ਨੂੰ ਰਾਹਤ ਜਿਹੜੇ ਸਾਡੇ ਮਾਹਰ ਹੈਗੇ ਨੇ ਉਹਨਾਂ ਤੋਂ ਬਕਾਇਦਾ ਨਕਸ਼ਾ ਤਿਆਰ ਕਰਵਾਇਆ ਗਿਆ ਔਰ ਹੋਰ ਵੀ ਜਿਹੜਾ ਨਵੀਨੀਕਰਨ ਵਾਸਤੇ ਜਿਹੜਾ ਸੀ ਉਹ ਮਾਹਰ ਜਿਹੜੇ ਸਾਡੇ ਦਿੱਲੀ ਤੋਂ ਵੀ ਅਸੀਂ ਹਾਇਰ ਕੀਤੇ ਹੈਗੇ ਆ ਉਹਨਾਂ ਦੇ ਰਾਹੀਂ ਸਾਰਾ ਇਹ ਜਿਹੜਾ ਪ੍ਰੋਜੈਕਟ ਹੈ ਉਹ ਤਿਆਰ ਕੀਤਾ ਜਾ ਰਿਹਾ ਹੈਗਾ ਸਭ ਤੋਂ ਪਹਿਲਾਂ ਜਿਹੜਾ ਹੋਵੇਗਾ ਰਸਤਾ ਕਿਉਂਕਿ ਸੰਗਤਾਂ ਜਿਹੜੀਆਂ ਆ ਕੇ ਇੱਥੇ ਮਤਲਬ ਆ ਜਾ ਸਕਣ ਤੇ ਇਸ ਤੋਂ ਬਾਅਦ ਅਗਲਾ ਜਿਹੜਾ ਸਾਡਾ ਫੇਸ ਹੋਏਗਾ ਉਹ ਇਹਦਾ ਨਵੀਨੀਕਰਨ ਦਾ ਨਾਲ ਸਾਡਾ ਸਾਰਾ ਪ੍ਰਬੰਧ ਦੇ ਜਿਹੜੀਆਂ ਕਿਉਂਕਿ ਇਹ 17ਵੀਂ ਸਦੀ ਦੇ ਵਿੱਚ ਇਹ ਬਣਿਆ ਹੈਗਾ 1765 ਈਸਵੀ ਦੇ ਵਿੱਚ ਔਰ 18ਵੀਂ ਸਦੀ ਦਾ ਜਿਹੜਾ ਸਾਡਾ ਇਤਿਹਾਸ ਹੈ ਉਹ ਸਿੱਖ ਮਿਸਲਾਂ ਦਾ ਇਤਿਹਾਸ ਹੈ ਤੇ ਸਿੱਖ ਮਿਸਲਾਂ ਦਾ ਤੇ ਇਤਿਹਾਸ ਜਿਹੜਾ ਸਾਡਾ ਉਹ ਸਾਡੇ ਵੱਡੇ ਵੱਡੇ ਜਰਨੈਲ ਹੋਏ ਨੇ ਸਿੱਖ ਮਿਸਲਾਂ ਦੇ ਨਾਲ ਸਾਡਾ ਸਿੱਖ ਰਾਜ ਦੀ ਗੱਲ ਵੀ ਆਉਂਦੀ ਹੈਗੀ ਆ ਗਾਂ ਅੱਗੇ ਸਿੱਖ ਰਾਜ ਦੀ ਸੋ ਇਹ ਬੁੰਗਾ ਜਿਹੜਾ ਹੈਗਾ ਇਹ ਜਿੱਥੇ 18ਵੀਂ ਸਦੀ ਦੇ ਇਤਿਹਾਸ ਨੂੰ ਸਾਡੀ ਸਾਰਿਆਂ ਦੀ ਵਿਚਾਰ ਆ ਵੀ ਇਹ ਰੂਪਮਾਨ ਇੱਥੇ ਹੋਵੇ ਉੱਥੋਂ ਦਾ ਇਤਿਹਾਸ ਮਿਲੇ ਸਾਡੀ ਆਉਣ ਵਾਲੀ ਪੀੜ੍ਹੀ ਇੱਥੇ ਆ ਕਰਕੇ ਵੇਖੇ ਕਿਉਂਕਿ ਜਿਹੜੀ ਇੱਥੇ ਭਵਨ ਕਲਾ ਬਣੀ ਹੋਈ ਆ ਜਿਹੜਾ ਇਹ ਬਣਤਰ ਬਣੀ ਹੋਈ ਆ ਇਹ ਲਾਮਿਸਾਲ ਆ ਇਹ ਅਦੁੱਤੀ ਆ ਇਹ ਅੱਜ ਵੀ ਤੁਸੀਂ ਦੇਖ ਲਓ ਇਹਦੀਆਂ 3 ਮੰਜ਼ਿਲਾਂ ਥੱਲੇ ਨੇ ਤੁਸੀਂ ਜਾ ਕੇ ਦੇਖੋ ਅੱਜ ਵੀ ਇਹਦੇ ਵਾਸਤੇ ਜਿੱਥੇ ਰੋਸ਼ਨੀ ਦੀ ਲੋੜ ਆ ਉੱਥੇ ਰੋਸ਼ਨੀ ਪੂਰੀ ਹੈਗੀ ਆ ਜਿੱਥੇ ਹਵਾ ਦੀ ਲੋੜ ਆ ਉੱਥੇ ਹਵਾ ਪੂਰੀ ਜਾ ਰਹੀ ਹੈਗੀ ਆ ਵਿੱਚ ਨਾਲ ਖੂਹ ਲਵਾਇਆ ਹੋਇਆ ਪਾਣੀ ਬਾਹਰ ਨਾਲ ਲੈਣ ਵਾਸਤੇ ਨਾ ਜਾਣਾ ਪਵੇ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਬਿਲਕੁਲ ਮੁਕੰਮਲ ਜਿਹੜਾ ਇੱਕ ਕਿਲੇ ਦੇ ਰੂਪ ਦੇ ਵਿੱਚ ਜਿਹੜਾ ਇਹ ਬੁੰਗਾ ਸੀ ਇਹ ਬਣਿਆ ਹੋਇਆ ਸੀ ਤੋ ਇਸ ਦੀ ਸਾਂਭ ਸੰਭਾਲ ਕਰਨੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਕਰਤੱਵ ਹੈ ਔਰ ਇਹਦੇ ਵਿੱਚ ਅੱਜ ਸਾਨੂੰ ਇਸ ਗੱਲ ਦੀ ਖੁਸ਼ੀ ਹੋਈ ਹੈ ਮੈਂ ਜਿੱਥੇ ਸਮੁੱਚੇ ਸਿੱਖ ਜਗਤ ਨੂੰ ਵਧਾਈ ਦਿੰਦਾ ਉੱਥੇ ਗੁਰੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਨਾਲ ਦੀ ਨਾਲ ਮੈਂ ਸਤਿਕਾਰਯੋਗ ਬੀਬੀ ਜਗੀਰ ਕੌਰ ਦੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਇਹ ਹਿੱਸੇ ਸੇਵਾ ਆਈ ਹੈ ਉਹਨਾਂ ਨੇ ਅੱਜ ਸਿਹਰਾ ਲਿਆ ਔਰ ਇਹ ਜਿਹੜਾ ਨਵੀਨੀਕਰਨ ਦਾ ਜਿਹੜਾ ਪ੍ਰੋਜੈਕਟ ਹੈ ਉਹ ਉਹਨਾਂ ਨੇ ਸ਼ੁਰੂ ਕਰਵਾਇਆ ਮੈਂ ਸਮਝਦਾ ਕਿ ਇਹ ਜਿਹੜਾ ਪ੍ਰੋਜੈਕਟ ਹੈਗਾ ਇਹ ਬਹੁਤ ਵੱਡਾ ਪ੍ਰੋਜੈਕਟ ਹੈ ਇਹ ਘੱਟੋ ਘੱਟ 8 ਤੋਂ 10 ਕਰੋੜ ਰੁਪਏ ਦਾ ਪ੍ਰੋਜੈਕਟ ਜਿਹੜਾ ਹੈਗਾ ਅਸੀਂ ਬਣਾਉਣ ਜਾ ਰਹੇ ਹੈਗੇ ਹਾਂ ਇਹਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਜੇ ਪਹਿਲਾਂ ਮੇਨ ਗੇਟ ਤੋਂ ਜਿਹੜੀ ਐਂਟਰੀ ਹੋਏਗੀ ਉਸ ਤੋਂ ਜਿਹੜੇ ਇੱਕ ਕੋਨੇ ਤੋਂ ਲੈ ਕਰਕੇ ਸਾਰੇ ਬੁੰਗੇ ਦੇ ਉੱਪਰ ਦੇਖਦਿਆਂ ਫਿਰ ਥੱਲੇ ਪੌੜੀਆਂ ਉਤਰਿਆ ਜਾਏਗਾ ਫਿਰ ਉਹ ਸਾਰਾ ਘੁੰਮ ਕੇ ਫਿਰ ਥੱਲੇ ਉਤਰਿਆ ਜਾਏਗਾ ਤੀਜੀ ਮੰਜ਼ਿਲ ਤੋਂ ਦੇਖ ਲੈ ਫਿਰ ਇੱਧਰ ਲਾਈਆਂ ਪੌੜੀਆਂ ਹੈਗੀਆਂ ਨੇ ਉੱਪਰ ਦੇ ਐਗਜ਼ਿਟ ਹੋਏਗਾ ਐਗਜ਼ਿਟ ਹੋ ਕਰਕੇ ਦੂਸਰਾ ਰਸਤਾ ਜਿਹੜਾ ਹੈਗਾ ਉਹ ਜਿਸ ਤਰ੍ਹਾਂ ਜਿਹੜਾ ਸਾਡਾ ਰੈਂਪ ਬਣਨਾ ਹੈਗਾ ਉਹ ਰੈਂਪ ਦੇ ਰਸਤੇ ਇੱਕ ਰਸਤਾ ਆਏਗਾ ਦੂਸਰਾ ਰਸਤਾ ਜਿਹੜਾ ਹੈਗਾ ਉਹ ਥੱਲੇ ਪ੍ਰਕਰਮਾਂ ਦੇ ਵਿੱਚ ਜਾ ਕੇ ਸ਼ਰਧਾਲੂ ਦਰਸ਼ਨ ਕਰਕੇ ਚਲੇ ਜਾਣਗੇ ਸੋ ਅੱਜ ਦਾ ਪ੍ਰੋਜੈਕਟ ਜਿਹੜਾ ਮੇਨ ਵੱਡਾ ਪ੍ਰੋਜੈਕਟ ਸੀ ਇਹ ਬੜੀ ਚਰੋਕਣੀ ਮੰਗ ਸੀ ਬੜੇ ਲੰਬੇ ਸਮੇਂ ਤੋਂ ਲੈ ਕਰਕੇ ਸਿੱਖ ਜਗਤ ਦੀ ਮੰਗ ਸੀ ਵੀ ਇਹ ਬੁੰਗੇ ਨੂੰ ਇਹ ਪਾਰਟ ਆਫ ਦਾ ਪ੍ਰਕਰਮਾ ਬਣਾਇਆ ਜਾਵੇ ਕਿਉਂਕਿ ਦਰਬਾਰ ਸਾਹਿਬ ਦਾ ਹਿੱਸਾ ਦਰਬਾਰ ਸਾਹਿਬ ਦੀ ਅਰਦਾਸ ਦਾ ਹਿੱਸਾ ਤੇ ਸਾਡੀ ਸਿੱਖ ਅਰਦਾਸ ਦਾ ਹਿੱਸਾ ਤੇ ਇਹਦੇ ਵਿੱਚ ਸਾਰੇ ਕਿਉਂਕਿ ਸਮੁੱਚੇ ਸਿੱਖ ਸ਼ਰਧਾਲੂ ਜਿਹੜੇ ਹੈਗੇ ਨੇ ਨੌਨ ਸਿੱਖ ਵੀ ਜਿਹੜੇ ਸਾਡੇ ਹੈਗੇ ਨੇ ਗੈਰ ਧਰਮੀ ਜਿਹੜੇ ਲੋਕ ਵੀ ਉਹ ਵੀ ਆ ਕੇ ਇਸ ਨੂੰ ਜੋ ਦੇਖਦੇ ਆ ਤੇ ਉਹ ਆਸ਼ਾ ਕਰ ਉੱਠਦੇ ਹੈਗੇ ਆ ਸੋ ਇਸ ਕਰਕੇ ਮੈਂ ਅੱਜ ਇਹ ਸਮਝਦਾ ਵੀ ਅਸੀਂ ਬੜੇ ਵਡਭਾਗੀ ਹਾਂ ਜੋ ਮੇਰੇ ਹਿੱਸੇ ਸੇਵਾ ਲੱਗੀ ਸੀ ਮੈਂ ਇੱਕ ਮੈਂਬਰ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਸੀ ਚਲੋ ਮੈਂ ਜਿੱਥੇ ਇੱਕ ਗੁਰੂ ਦਾ ਸਿੱਖ ਹੈਗਾ ਭਾਵੇਂ ਸਿੱਖ ਜਗਤ ਦੇ ਵਿੱਚ ਕੋਈ ਜਾਤ ਪਾਤ ਕਿਤੇ ਕੋਈ ਗੱਲ ਨਹੀਂ ਹੈਗੀ ਲੇਕਿਨ ਇਹ ਸਾਡੀ ਇੱਕ ਵਿਰਾਸਤ ਦਾ ਹਿੱਸਾ ਹੈ ਇਹ ਕਿਸੇ ਇੱਕ ਗੱਲਾਂ ਰਾਮਗੜੀਆ ਭਾਈਚਾਰੇ ਦੀ ਗੱਲ ਨਹੀਂ ਹੈ ਇਹ ਸਾਡਾ ਸਿੱਖ ਵਿਰਾਸਤੀ ਹਿੱਸਾ ਹੈਗਾ ਜੇ ਪਿਛਲੀ ਸਰਕਾਰ ਦੇ ਹੁੰਦਿਆਂ ਸਾਡੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੀ ਹੋਰਾਂ ਨੇ ਔਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜੀ ਹੋਰਾਂ ਨੇ ਸਾਡਾ ਪਰਲਾ ਜਿਹੜਾ ਪਲਾਜ਼ਾ ਬਣਿਆ ਹੋਇਆ ਵਿਰਾਸਤੀ ਸਟਰੀਟ ਬਣੀ ਹੋਈ ਹੈ ਔਰ ਉਸ ਦੀ ਅੱਜ ਸਮੁੱਚੇ ਸੰਸਾਰ ਦੇ ਵਿੱਚ ਸ਼ਲਾਘਾ ਹੋ ਰਹੀ ਹੈ ਔਰ ਉਹ ਸਾਰਿਆਂ ਦੀ ਇੱਛਾ ਸੀਗੀ ਕਿ ਇਹ ਵੀ ਜਿਹੜਾ ਸਾਡਾ ਵਿਰਾਸਤ ਹੈ ਇਹ ਉਸੇ ਤਰ੍ਹਾਂ ਦਾ ਇੱਕ ਬਹੁਤ ਰੂਪਮਾਨ ਬਣੇ ਔਰ ਜਿਹੜਾ ਵੀ ਇੱਥੇ ਆ ਕਰਕੇ ਦਰਸ਼ਨ ਕਰੇ ਜਿੱਥੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਉਹ ਖੁਸ਼ ਹੋਵੇ ਇੱਥੇ ਵੀ ਦਰਸ਼ਨ ਕਰਕੇ ਆਪਣੇ ਆਪ ਨੂੰ ਉਹ ਸਮਝੇ ਵੀ ਸਾਡੇ ਵੱਡੇ ਵਡੇਰਿਆਂ ਨੇ ਉਸ ਸਮੇਂ ਦੇ ਉੱਤੇ ਕਿੰਨੀ ਵੱਡੀ ਘਾਲਨਾ ਕਾਲੀ ਹੋਏਗੀ ਇਹ ਅੱਜ ਸਾਡੀ ਅੱਜ ਅਰਦਾਸ ਹੋਈ ਹੈ ਅਰਦਾਸ ਤੋਂ ਬਾਅਦ ਅਸੀਂ ਇੱਥੇ ਟੱਕ ਲਾ ਕਰਕੇ ਉਹਦੀ ਆਰੰਭਤਾ ਕੀਤੀ ਹੈ ਮੈਨੂੰ ਲੱਗਦਾ ਪਿਛਲੇ 2-3 ਸਾਲਾਂ ਤੋਂ ਆਪਣਾ ਵੀ ਰਾਬਤਾ ਹੁੰਦਾ ਰਿਹਾ ਹੈ ਤੇ ਅਕਸਰ ਅਸੀਂ ABP ਨੇ ਵੀ ਇਸ ਦੀ ਆਵਾਜ਼ ਜਿਹੜੀ ਚੁੱਕੀ ਸੀ ਕਿ ਰਸਤਾ ਦਿੱਤਾ ਜਾਵੇ ਤੇ ਦੂਜੇ ਨੰਬਰ ਤੇ ਜਿਹੜਾ ਇਹਦਾ ਨਵੀਨੀਕਰਨ ਤੇ ਜਿਹੜਾ ਧਿਆਨ ਦਿੱਤਾ ਜਾਵੇ
3 ਸਾਲ ਸਾਨੂੰ ਹੋ ਗਏ ਤੇ ਉਸ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਸਾਲ ਦੇ ਤੁਸੀਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਇਹ ਆਵਾਜ਼ ਚੁੱਕ ਰਹੇ ਹੋ। ਇੰਨਾ ਸਮਾਂ ਕਿਉਂ ਲੱਗ ਗਿਆ ਜੀ? ਕਾਰਨ ਕੀ ਰਿਹਾ ਇਹਦਾ? ਦੇਖੋ, ਇਹ ਸਾਰੇ ਜਿਹੜੇ ਮੁੱਦੇ ਹੈਗੇ ਨੇ ਇਹ ਕਿਉਂਕਿ ਧਾਰਮਿਕ ਮੁੱਦਾ ਹੈ, ਇਹ ਧਾਰਮਿਕ ਇਸ਼ੂ ਹੈਗਾ ਵਾ। ਇਹਦੇ ਵਿੱਚ ਸਾਨੂੰ ਸਾਰਿਆਂ ਦੀ ਸਹਿਮਤੀ ਜ਼ਰੂਰੀ ਹੈਗੀ ਹੈ। ਜਿੱਥੇ ਕਈ ਗੱਲਾਂ ਸ਼ੁਰੂ ਹੋਇਆ, ਜਿਹੜੀ ਐਗਜ਼ੈਕਟਿਵ ਹੁੰਦੀ ਉਹ ਸਾਲ ਬਾਅਦ ਬਦਲ ਗਈ। ਜਿਹੜਾ ਪਿਛਲਾ ਪਲਾਨਿੰਗ ਹੁੰਦੀ ਸੀ ਉਹ ਨਵੇਂ ਪ੍ਰਧਾਨ ਜੀ ਆ ਗਏ, ਉਹਨਾਂ ਨੇ ਆ ਕੇ ਫਿਰ ਆਪਣੇ ਢੰਗ ਨਾਲ ਜਿਹੜਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਜਿਹੜੇ 3-4 ਸਾਲ ਪਹਿਲਾਂ ਤੇ ਥੋੜਾ ਜਿਹਾ ਇਹ ਸਮਾਂ ਲੱਗ ਗਿਆ। ਲੇਕਿਨ ਜਦੋਂ ਐਡੇ ਵੱਡੇ ਪ੍ਰੋਜੈਕਟ ਲਿਖਣੇ ਹਨ, ਉਹਨਾਂ ਵਾਸਤੇ ਫੰਡਸ ਕ੍ਰੀਏਟ ਕਰਨਾ ਹੈਗਾ, ਉਹਨਾਂ ਵਾਸਤੇ ਸਾਰੀ ਚੀਜ਼ ਦੇਖਣੀ ਪੈਂਦੀ ਹੈ। ਕਿਉਂਕਿ ਜੇ ਅਸੀਂ ਸ਼ੁਰੂ ਕਰ ਰਹੇ ਹਾਂ ਤੇ ਉਹਦੇ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਇਹਦੇ ਫੰਡਸ ਦੀ ਸਾਰਾ ਧਿਆਨ ਰੱਖਣਾ ਪਵੇਗਾ ਵੀ ਬਹੁਤ ਵੱਡਾ ਇਹਦੇ ਵਿੱਚ, ਕਿਉਂਕਿ ਬਿਲਕੁਲ ਆਰਕੀਟੈਕਟ ਅਸੀਂ ਇੰਨੇ ਉੱਚੇ ਲੈਵਲ ਦੇ ਅਸੀਂ ਹਾਇਰ ਕਰ ਰਹੇ ਹਾਂ ਕਿ ਇਹਦੀ ਇੱਕ ਇੱਟ ਵੀ ਜਿਹੜੀ ਹੈਗੀ ਆ ਅਸੀਂ ਉਸ ਨੂੰ ਛੇੜ ਨਹੀਂ ਰਹੇ ਹੈਗੇ। ਔਰ ਇਹਦੇ ਵਿੱਚ ਸਾਰਾ ਵੁੱਡ ਵਰਕ ਵੀ ਹੋਣਾ ਹੈਗਾ, ਇਲੈਕਟ੍ਰਿਸਿਟੀ ਦਾ ਕੰਮ ਹੋਣਾ ਹੈਗਾ। ਫਿਰ ਇਹਦੇ ਵਿੱਚ ਕਿਹੜੀਆਂ ਜਿਹੜੀਆਂ ਤਸਵੀਰਾਂ ਲੱਗਣਗੀਆਂ, ਜਿਵੇਂ ਜੱਸਾ ਸਿੰਘ ਰਾਮਗੜੀਆ ਦਾ ਇਤਿਹਾਸ ਆ ਉਹ ਕਿਸ ਤਰ੍ਹਾਂ ਲੱਗੇਗਾ, ਕਿੱਥੋਂ ਉਹਨਾਂ ਦੇ ਵਡੇਰਿਆਂ ਦਾ ਕੀ ਇਤਿਹਾਸ ਸੀ। ਫਿਰ ਜਿਸ ਤਰ੍ਹਾਂ ਉਸ ਟਾਈਮ ਦੇ ਉੱਤੇ ਸਿੱਖ ਹਥਿਆਰ ਬਣਾਉਂਦੇ ਸੀਗੇ, ਲੋਹੇ ਦਾ ਕੰਮ ਕਰਦੇ, ਉਹਦੇ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਦਰਸਾਈਆਂ ਜਾਣਗੀਆਂ। ਸਮਝ ਲਓ ਵੀ ਜਿਵੇਂ ਆਡੀਓ ਦੇ ਰਾਹੀਂ, ਮਤਲਬ ਇਲੈਕਟ੍ਰੋਨਿਕ ਮੀਡੀਆ ਜਿਸ ਤਰ੍ਹਾਂ ਅੱਜ ਕੱਲ੍ਹ ਚੱਲਦਾ ਪਿਆ ਹੈਗਾ, ਉਹਦੇ ਰਾਹੀਂ ਸਾਰੇ ਜਿੰਨੇ ਵੀ ਇੱਥੇ ਆਉਣਗੇ ਉਸ ਦਰਸ਼ਕਾਂ ਨੂੰ ਸਾਰੀ ਚੀਜ਼ ਇਹਦੇ ਵਿੱਚ ਦੇਖਣ ਨੂੰ ਮਿਲੇਗੀ। ਸੋ ਇਸ ਕਰਕੇ ਇਹ ਪ੍ਰੋਜੈਕਟ ਛੋਟਾ ਨਹੀਂ ਸੀ ਹੈਗਾ, ਤਾਂ ਕਰਕੇ ਇਹ ਪ੍ਰੋਜੈਕਟ ਨੂੰ ਕੰਪਲੀਟ ਕਰਨ ਵਾਸਤੇ ਮੈਂ ਸਮਝਦਾ ਤਾਂ ਥੋੜਾ ਜਿਹਾ ਟਾਈਮ ਜਿਹੜਾ ਬੇਸ਼ੱਕ ਲੱਗਾ, ਲੇਕਿਨ ਜੇ ਟਾਈਮ ਲੱਗਾ ਹੈਗਾ ਤੇ ਮੈਂ ਸਮਝਦਾ ਸਮੁੱਚੇ ਸਿੱਖ ਜਗਤ ਵਾਸਤੇ ਖੁਸ਼ੀ ਵੀ ਆ ਵੀ ਬਹੁਤ ਜਿਸ ਤਰ੍ਹਾਂ ਦਾ ਬੁੰਗਾ ਉਸੇ ਤਰ੍ਹਾਂ ਦਾ ਇਹ ਪ੍ਰੋਜੈਕਟ ਸਿੱਖ ਸੰਗਤ ਦੇ ਸਾਹਮਣੇ ਆਵੇਗਾ। ਤੇ ਕਿੰਨਾ ਕੁ ਹੁਣ ਜੇ ਸਮੇਂ ਕੋਈ ਨਿਸ਼ਚਿਤ ਕੀਤਾ ਗਿਆ ਵੀ ਕਿੰਨੇ ਕੁ ਸਮੇਂ ਤੱਕ ਤਿਆਰ ਹੋ ਕੇ ਸੰਗਤਾਂ ਦੀ ਦਰਸ਼ਨਾਂ ਲਈ ਖੋਲ ਦਿੱਤਾ ਜਾਵੇਗਾ? ਦੇਖੋ, ਇਹ ਸਾਰਾ ਸਾਡਾ ਜਿਹੜਾ ਕੰਮ ਹੈ, ਕਿਉਂਕਿ ਬਰੀਕੀ ਦਾ ਕੰਮ ਹੈ, ਇਹ ਮਾਹਰਾਂ ਦਾ ਕੰਮ ਹੈ। ਇਹਦੇ ਵਿੱਚ ਨਾ ਤਾਂ ਕਾਰ ਸੇਵਾ ਦੇ ਰਾਹੀਂ ਅਸੀਂ ਕੰਮ ਕਰਵਾ ਸਕਦੇ ਹਾਂ। ਐਸਜੀਪੀਸੀ ਆਪਣਾ ਪੈਸਾ ਖਰਚ ਰਹੀ ਹੈ? ਐਸਜੀਪੀਸੀ ਸਾਰਾ ਪੈਸਾ ਅਸੀਂ ਪੈਸਾ ਸਾਰਾ ਆਪ ਖਰਚ ਰਹੇ, ਕਿਉਂਕਿ ਐਸਜੀਪੀਸੀ ਦੀ ਇਹ ਸਾਰਾ ਕੰਪਲੈਕਸ ਹੈਗਾ। ਐਸਜੀਪੀਸੀ ਦੀ ਇਹ ਸਾਰੀ ਜਗ੍ਹਾ ਹੈਗਾ ਕੰਪਲੈਕਸ ਦੇ, ਤੇ ਐਸਜੀਪੀਸੀ ਹੀ ਸਾਰੀ ਸੇਵਾ ਜਿਹੜਾ ਖਰਚਾ ਹੈਗਾ ਉਹ ਐਸਜੀਪੀਸੀ ਹੀ ਕਰੇਗੀ। ਤੇ ਇਹ ਸਾਰਾ ਜਿਹੜਾ ਹੈਗਾ, ਦੂਸਰਾ ਸਾਰਾ ਜਿਹੜੀ ਸੇਵਾ ਹੋਣੀ ਆ ਉਹ ਮਹਾਰਾਜ ਦੇ ਰਾਹੀਂ ਹੋਣੀ ਆ। ਜੇ ਇਲੈਕਟ੍ਰਿਸਿਟੀ ਦਾ ਕੰਮ ਹੈਗਾ ਤੇ ਉਹ ਵੀ ਦੱਸਣਾ ਹੈਗਾ, ਇਹ ਨਹੀਂ ਵੀ ਪਹਿਲਾਂ ਅਸੀਂ ਕੋਈ ਚੀਜ਼ ਲਾ ਲਈ ਹੈ ਫਿਰ ਉੱਥੇ ਤਾਰ ਲਗਾਉਣੀ ਹੈਗੀ ਆ ਤੇ ਫਿਰ ਉਹਨੂੰ ਤੋੜਨਾ ਪਵੇ, ਨਹੀਂ। ਉਹ ਪਹਿਲਾਂ ਨਾਲ ਦੀ ਨਾਲ ਪਹਿਲਾਂ ਕੰਪਲੀਟ ਉਹਦੀ ਕੰਪਿਊਟਰ ਡਿਜ਼ਾਈਨ ਕਰਕੇ ਉਹਦੀ ਡਰਾਇੰਗ ਤਿਆਰ ਹੋਣੀ ਹੈ। ਡਰਾਇੰਗ ਤਿਆਰ ਹੋ ਕਰਕੇ ਫਿਰ ਉਹ ਸਾਰਾ 1 ਬਾਈ 1 ਜਦੋਂ ਪੂਰਾ ਦੇ ਪੂਰਾ ਜਾਏਗਾ ਉਹਦੇ। ਇਸ ਕਰਕੇ ਜਿਹੜਾ ਇਹਨੂੰ ਮੈਂ ਟਾਈਮ ਇਸ ਕਰਕੇ ਨਹੀਂ ਦੱਸ ਸਕਦਾ ਵੀ ਕਿੰਨਾ ਟਾਈਮ ਲੱਗੂਗਾ, ਲੇਕਿਨ ਜੇ ਟਾਈਮ ਲੱਗ ਰਿਹਾ ਤੇ ਬਹੁਤ ਵੱਡਮੁੱਲੀ ਚੀਜ਼ ਬਣੇਗੀ ਇਹ। ਇੱਥੇ ਜੇ ਆਪਾਂ ਜਿਹੜਾ ਰਾਮਗੜੀਆ ਫੈਡਰੇਸ਼ਨ ਦਾ ਜ਼ਿਕਰ ਨਾ ਕਰੀਏ ਤਾਂ ਸ਼ਾਇਦ ਅਸੀਂ ਸਮਝਾਂਗੇ ਕਿ ਗੱਲ ਅਧੂਰੀ, ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਇਸ ਦੇ ਵਿੱਚ ਜਿਹੜਾ ਯੋਗਦਾਨ ਵੀ ਪਾਇਆ। ਤੇ ਸਾਡੀ ਵੀ ਜਦੋਂ ਗੱਲਬਾਤ ਹੁੰਦੀ ਸੀ ਤਾਂ ਉਹ ਅਕਸਰ ਕਹਿੰਦੇ ਸੀ ਕਿ ਨਹੀਂ, ਅਸੀਂ ਖੁਦ ਜਿਹੜਾ ਉਹ ਸੇਵਾ ਕਰਨ ਨੂੰ ਤਿਆਰ ਹਾਂ। ਤੇ ਹੁਣ ਜੇਕਰ ਮੌਜੂਦਾ ਸਥਿਤੀ ਦੀ ਗੱਲ ਕੀਤੀ ਜਾਵੇ, ਫੈਡਰੇਸ਼ਨ ਦਾ ਕਿਹੋ ਜਿਹਾ ਯੋਗਦਾਨ ਰਹਿ ਰਿਹਾ ਹੈ ਤੇ ਜਿਹੜੇ ਕੰਮਕਾਰ ਹੋਣਾ ਹੈ, ਜਿਹੜੀ ਸੇਵਾ ਲਈ ਹੈ, ਉਸ ਦੇ ਵਿੱਚ ਵੀ ਫੈਡਰੇਸ਼ਨ ਕੋਈ ਯੋਗਦਾਨ ਪਾ ਰਹੀ ਹੈ? ਇਸ ਤਰ੍ਹਾਂ ਦੇਖੋ, ਫੈਡਰੇਸ਼ਨ 'ਚ ਬਹੁਤ ਸਾਰੀਆਂ ਹੈਗੀਆਂ ਨੇ, ਜਿੰਨੀਆਂ ਵੀ ਹੈਗੀਆਂ ਨੇ। ਰਾਮਗੜੀਆ ਫੈਡਰੇਸ਼ਨ ਜਿਹੜੀ ਆ ਉਹਨਾਂ ਦਾ ਕੰਮ ਸ਼ਲਾਘਾਯੋਗ ਰਿਹਾ ਹੈਗਾ ਹੁਣ ਤੱਕ ਜਿਹੜਾ ਹੈਗਾ, ਕਿਉਂਕਿ ਦੇਖੋ ਇਸ ਬੁੰਗੇ ਦਾ ਇੱਕ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਉਹ 1984 ਦਾ ਕਾਂਡ ਹੈਗਾ। 1984 ਦੇ ਵਿੱਚ ਜਿਹੜੇ ਸਾਡੇ ਮੀਨਾਰ ਹੈਗੇ ਆ, ਇਹ ਮੀਨਾਰ ਹਰਿਮੰਦਰ ਸਾਹਿਬ ਦੀ ਦੂਰ ਦੇਖਣ ਵਾਸਤੇ, ਦੂਰੋਂ ਦੁਸ਼ਮਣ ਨੂੰ ਦੇਖਣ ਵਾਸਤੇ ਇਹ ਬਣਾਏ ਗਏ ਸੀ ਉਸ ਟਾਈਮ ਦੇ ਉੱਤੇ। ਔਰ ਲਾਹੌਰ ਤੋਂ ਜਦੋਂ ਦੁਸ਼ਮਣ ਦੀ ਫੌਜ ਆਉਂਦੀ ਸੀ ਤੇ ਇਹਦੇ ਉੱਤੇ ਦੂਰਬੀਨਾਂ ਫਿੱਟ ਹੁੰਦੀਆਂ ਸੀ, ਉਹਦੇ ਇੱਥੋਂ ਦੂਰੋਂ ਚੈੱਕ ਕੀਤਾ ਜਾਂਦਾ ਸੀਗਾ। ਲੇਕਿਨ ਹਿੰਦੁਸਤਾਨ ਦੀ ਜਿਹੜੀ ਭਾਰਤ ਦੀ ਸਰਕਾਰ ਵੱਲੋਂ, ਜਦੋਂ ਕਾਂਗਰਸ ਦੀ ਸਰਕਾਰ ਵੱਲੋਂ ਤੋਪਾਂ ਤੇ ਟੈਂਕਾਂ ਦੇ ਨਾਲ ਹਮਲਾ ਕੀਤਾ ਗਿਆ ਹੈਗਾ, ਉਦੋਂ ਜਿਹੜੀ ਉੱਪਰਲੀ ਮੰਜ਼ਿਲ ਸੀ ਉਹ ਤੋੜ ਦਿੱਤੀ ਗਈ ਸੀ, ਉਹ ਟੈਂਕਾਂ ਦੇ ਗੋਲਿਆਂ ਦੇ ਨਾਲ ਟੁੱਟ ਗਈ ਸੀ। ਲੇਕਿਨ ਉਸ ਤੋਂ ਬਾਅਦ ਮੈਂ ਸਮਝਦਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਰਾਮਗੜੀਆ ਫੈਡਰੇਸ਼ਨ ਨੇ ਜਿਹੜੀ ਮਨਾਰਾਂ ਦੀ ਸੇਵਾ ਉਹ ਉਸ ਟਾਈਮ ਦੇ ਉੱਤੇ ਕਰਵਾਈ ਹੈਗੀ ਆ, ਔਰ ਉਹ ਬੜੀ ਸ਼ਲਾਘਾਯੋਗ ਹੈ। ਉਸ ਤੋਂ ਬਾਅਦ ਵੀ ਜਿਹੜੀ ਹੈ ਅੰਦਰ ਜਿਹੜੀ ਇਹਦੀ ਰੈਸਟੋਰੇਸ਼ਨ ਹੋਈ ਹੈ ਉਹ ਵੀ ਰਾਮਗੜੀਆ ਫੈਡਰੇਸ਼ਨ ਨੇ ਥੋੜਾ ਸਮਾਂ ਕਰਵਾਈ ਹੈਗੀ ਆ। ਲੇਕਿਨ ਅੱਜ ਵੀ ਉਹਨਾਂ ਦਾ ਪੂਰਾ ਯੋਗਦਾਨ, ਉਹਨਾਂ ਦੀ ਡਿਮਾਂਡ ਸ਼ੁਰੂ ਤੋਂ ਰਹੀ ਹੈਗੀ ਆ, ਉਹ ਅੱਜ ਵੀ ਸਾਡੇ ਨਾਲ ਨੇ। ਅੱਜ ਦਿੱਲੀ ਦੀ ਜਿਹੜੀ ਫੈਡਰੇਸ਼ਨ ਹੈਗੀ ਉਹ ਵੀ ਆਏ ਹੋਏ ਸੀਗੇ, ਅੰਮ੍ਰਿਤਸਰ ਵਾਲੇ ਵੀ ਉਸ ਦਾ ਫੈਡਰੇਸ਼ਨ ਦਾ ਹਿੱਸਾ ਹੈਗੇ ਨੇ, ਉਹ ਵੀ ਇਸ ਦੇ ਵਿੱਚ ਸ਼ਾਮਲ ਨੇ। ਔਰ ਬਾਕੀ ਮੈਂ ਸਮਝਦਾ ਵੀ ਅੱਜ ਪੰਜਾਬ ਦਾ ਕੋਈ ਵੀ ਐਸਾ ਜਿਹੜੀ ਜਥੇਬੰਦੀ ਸੀ ਇਸ ਭਾਈਚਾਰੇ ਦੇ ਨਾਲ ਉਹ ਕੋਈ ਰਹੀ ਨਹੀਂ ਹੈ। ਸਾਰੇ ਆਪੋ ਆਪਣੇ ਬੜੇ ਖੁਸ਼ੀ ਦੇ ਨਾਲ ਸਾਰੇ ਇੱਥੇ ਆ ਕਰਕੇ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਹੈਗਾ, ਔਰ ਉਹਨਾਂ ਨੇ ਇਹਦੇ ਵਿੱਚ ਮਤਲਬ ਕਿ ਇਹ ਸ਼ਮੂਲੀਅਤ ਕਰਕੇ ਆਪਣਾ ਇਹ
ਮਤਲਬ ਇਹ ਸ਼ਮੂਲੀਅਤ ਕੀਤੀ ਆ ਵੀ ਅਸੀਂ ਸਾਰੇ ਸ਼੍ਰੋਮਣੀ ਕਮੇਟੀ ਦੇ ਨਾਲ ਹੈਗੇ ਆ ਔਰ ਅਸੀਂ ਸਮਝਦੇ ਵੀ ਉਹਨਾਂ ਦਾ ਯੋਗ ਜਿਹੜਾ ਸਾਡਾ ਸਥਾਨ ਆ ਉਹ ਸ਼੍ਰੋਮਣੀ ਕਮੇਟੀ ਅਸੀਂ ਉਹਨਾਂ ਦਾ ਪੂਰਾ ਮਾਨ ਸਨਮਾਨ ਕਰਦੇ ਆ ਉਹਨਾਂ ਦਾ ਵਿਸ਼ੇਸ਼ ਮਾਨ ਸਨਮਾਨ ਵੀ ਆ ਇਸੇ ਤਰ੍ਹਾਂ ਉਹਨਾਂ ਦਾ ਰੱਖਾਂਗੇ ਵੀ ਲੇਕਿਨ ਜਿਹੜੀ ਦੇਖਭਾਲ ਆ ਕੰਮਕਾਰ ਸਾਰਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਥੱਲੇ ਹੀ ਹੋਏਗਾ ਜੀ। ਤੇ ਇੱਕ ਤੁਸੀਂ ਸ਼ੁਰੂ 'ਚ ਜਿਹੜਾ ਜ਼ਿਕਰ ਵੀ ਕੀਤਾ ਸੀ ਕਿ ਜਿਹੜੇ ਚਿੱਤਰ ਪ੍ਰਦਰਸ਼ਨ ਨੇ ਜਿੱਦਾਂ ਜੱਸਾ ਸਿੰਘ ਰਾਮਗੜੀਆ ਹੋਰਾਂ ਦਾ ਵੱਡਾ ਯੋਗਦਾਨ ਰਿਹਾ ਉਹਨਾਂ ਦੇ ਤੇ ਕੋਈ ਲਾਈਟ ਐਂਡ ਸਾਊਂਡ ਸਿਸਟਮ ਦਾ ਵੀ ਥੱਲੇ ਕੀਤਾ ਗਿਆ ਕਿਉਂਕਿ ਥੱਲੇ ਜਿਹੜਾ ਕਈ ਮੰਜ਼ਲਾਂ ਥੱਲੇ ਡੂੰਘਾ ਹੈ ਤੇ ਉੱਥੇ ਜਿਹੜੀ ਲਾਈਟਿੰਗ ਕਿਸ ਹਿਸਾਬ ਨਾਲ ਤੇ ਇੱਕ ਰਸਤਾ ਜਿਹੜਾ ਥੱਲੇ ਜਾਣ ਦਾ ਰਸਤਾ ਉਹ ਪੁਰਾਤਨ ਹੀ ਰੱਖਿਆ ਜਾਊਗਾ ਸਾਰਾ ਨਹੀਂ ਜੋ ਪੁਰਾਤਨ ਚੀਜ਼ ਹੈਗੀ ਆ ਉਹਦੀ ਰੈਸਟੋਰੇਸ਼ਨ ਤਾਂ ਹੋਏਗੀ ਉਹਨਾਂ ਜਿਵੇਂ ਪੌੜੀਆਂ ਟੁੱਟੀਆਂ ਹੋਈਆਂ ਨੇ ਹਾਂ ਉਹ ਬਣਾਈਆਂ ਜਾਣਗੀਆਂ ਉਹ ਉਸੇ ਤਰੀਕੇ ਦੇ ਨਾਲ ਬਣਾਈਆਂ ਜਾਣਗੀਆਂ ਉਹਨਾਂ ਇੱਟਾਂ ਦੇ ਨਾਲ ਬਣਾਈਆਂ ਜਾਣਗੀਆਂ ਲੇਕਿਨ ਉਹਦੇ ਵਿੱਚ ਕੋਈ ਭੰਨ ਤੋੜ ਕੋਈ ਜਾਂ ਕੋਈ ਨਵਾਂ ਰਸਤਾ ਜਾਂ ਕੋਈ ਨਵੀਂ ਗੱਲ ਉਹ ਬਿਲਕੁਲ ਨਹੀਂ ਕੀਤੀ ਜਾਏਗੀ ਉਹ ਇਹਦੇ ਵਿੱਚ ਕਿਉਂਕਿ ਬੀਬੀ ਜੀ ਹਰਾਂ ਨੂੰ ਅੱਜ ਪ੍ਰਧਾਨ ਸਾਹਿਬ ਨੇ ਵੀ ਕਲੀਅਰ ਕੀਤਾ ਹੈਗਾ ਵੀ ਇਸ ਦੀ ਕਿਸੇ ਵੀ ਚੀਜ਼ ਨੂੰ ਜਿਹੜਾ ਹੈਗਾ ਉਹ ਟੱਚ ਨਹੀਂ ਕੀਤਾ ਜਾਏਗਾ ਉਹ ਬਿਲਕੁਲ ਉਸ ਨੂੰ ਜਿਉਂ ਦੀ ਤਿਉਂ ਰੱਖ ਕੇ ਇਸ ਦੀ ਪੁਰਾਤਨ ਜਿਹੜੀ ਸਾਡਾ ਇਤਿਹਾਸ ਆ ਵਿਰਾਸਤ ਹੈ ਉਹਨੂੰ ਕਾਇਮ ਰੱਖ ਕੇ ਹੀ ਇਹਦਾ ਸਾਰਾ ਕੰਮ ਕਰ ਜਿਹੜਾ ਉਹ ਕੀਤਾ ਜਾਏਗਾ ਔਰ ਉਹਦੇ ਵਿੱਚ ਉਹਨੂੰ ਮੁਕੰਮਲ ਕੀਤਾ ਜਾਊਗਾ ਇਹ ਹੈਗਾ ਹਾਂ ਇਹਦੇ ਵਿੱਚ ਸਭ ਤੋਂ ਵੱਡਾ ਇਤਿਹਾਸ ਇਸ ਬੁੰਗੇ ਦੇ ਨਾਲ ਜਿੱਥੇ 84 ਦਾ ਉਹ ਜੁੜਿਆ ਹੋਇਆ 84 ਦੇ ਉਸ ਦੇ ਥੱਲੇ ਦੇਖੋ ਜਦੋਂ ਉਹ ਗੈਸ ਦੇ ਗੋਲੇ ਛੱਡੇ ਗਏ ਸੀਗੇ ਗੋਲੀਆਂ ਦੇ ਨਿਸ਼ਾਨ ਲੱਗੇ ਹੋਏ ਨੇ 1984 ਦੇ ਉਹ ਵੀ ਪ੍ਰੀਜ਼ਰਵ ਕੀਤੇ ਗਏ ਆ ਉਹ ਕਰਨੇ ਵੀ ਹੈਗੇ ਆ ਔਰ ਕਿਸੇ ਵੀ ਚੀਜ਼ ਨੂੰ ਗਵਾਇਆ ਨਹੀਂ ਜਾਊਗਾ ਇਹ ਸਾਡੀ ਧਰੋਹਰ ਆ ਔਰ ਸਭ ਤੋਂ ਵੱਡੀ ਗੱਲ ਜਿਹੜੀ ਇਸ ਬੁੰਗੇ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲਦੀ ਆ ਆ ਜਿਹੜੇ ਤੁਸੀਂ ਦੇਖ ਰਹੇ ਹੋ ਆ ਤਖਤੇ ਤੌਸ ਹੈ ਆ ਬਿਲਕੁਲ ਆ ਤਖਤੇ ਤੌਸ ਨਾਲ ਲੱਗਿਆ ਹੋਇਆ ਇਹ ਉਹ ਤਖਤ ਹੈ ਜਿਹੜਾ ਦਿੱਲੀ ਦਾ ਤਖਤ ਜਿਹਨੂੰ ਕਹਿੰਦੇ ਸੀਗੇ ਔਰ ਮੁਗਲ ਬਾਦਸ਼ਾਹ ਦਾ ਤਖਤ ਸੀਗਾ ਔਰੰਗਜ਼ੇਬ ਬੈਠ ਕੇ ਇੱਥੇ ਹੁਕਮ ਕਰਿਆ ਕਰਦਾ ਸੀਗਾ ਮੁਗਲ ਬਾਦਸ਼ਾਹ ਇੱਥੇ ਬੈਠ ਕੇ ਉਸ ਟਾਈਮ ਦੀ ਜਿਹੜੀ ਕਮਿਊਨਿਟੀ ਸੀ ਚਾਹੇ ਉਹ ਹਿੰਦੂ ਸਾਮਰਾਜ ਹਿੰਦੂ ਸੀਗੇ ਜਾਂ ਬਾਕੀ ਜਿਹੜੇ ਸੀਗੇ ਉਹਨਾਂ ਦੇ ਉੱਤੇ ਉਹ ਜ਼ੁਲਮ ਕਰਦਾ ਸੀ ਉਹਨਾਂ ਦੇ ਫਰਮਾਨ ਕਰਦਾ ਸੀ ਲੇਕਿਨ ਇਹ ਉਸ ਟਾਈਮ ਤੋਂ ਬਾਅਦ ਸਭ ਤੋਂ ਪਹਿਲੀ ਵਾਰ ਜਦੋਂ ਸਿੱਖਾਂ ਨੇ ਦਿੱਲੀ ਫਤਿਹ ਕੀਤੀ ਹੈਗੀ ਆ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਸਰਦਾਰ ਕਪੂਰ ਸਿੰਘ ਜੀ ਨਵਾਬ ਕਪੂਰ ਸਿੰਘ ਜੀ ਇਹਨਾਂ ਸਾਰਿਆਂ ਨੇ ਜਦੋਂ ਕੀਤੀ ਆ ਤਾਂ ਉੱਥੋਂ ਵਾਪਸੀ ਸਮੇਂ ਬਾਕੀ ਜਰਨੈਲ ਜਦੋਂ ਆਏ ਨੇ ਲੇਕਿਨ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਜਦੋਂ ਉੱਥੋਂ ਨਿਕਲਣ ਲੱਗੇ ਨੇ ਤੇ ਉਹਨਾਂ ਦੇ ਸਾਹਮਣੇ ਇਸ ਇੱਕ ਮਾਤਾ ਜੀ ਕਹਿਣ ਦੇ ਅਨੁਸਾਰ ਜਿਹੜਾ ਜੋ ਹਿਸਟਰੀ ਸਾਡੀ ਦੱਸਦੀ ਹੈ ਕਿ ਇਹ ਜਿਹੜਾ ਆਹ ਤਖਤ ਹੈਗਾ ਇਹ ਤੁਸੀਂ ਚੱਲੇ ਹੋ ਇੱਥੇ ਬੈਠ ਕੇ ਫਿਰ ਉਹਨਾਂ ਨੇ ਉਹੀ ਕਰਨਾ ਲੇਕਿਨ ਇਹ ਜੱਸਾ ਸਿੰਘ ਰਾਮਗੜੀਆ ਜੀ ਨੇ ਉਹੀ ਤਖਤ ਪੁੱਟ ਕੇ ਉਹੀ ਜਿਹੜੀ ਤਖਤ ਆ ਉਹ ਲਿਆ ਕੇ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਇੱਥੇ ਭੇਟਾ ਕੀਤਾ ਔਰ ਇੱਥੇ ਲਿਆ ਕੇ ਹੁਣ ਉਹ ਦੱਸਿਆ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਔਰ ਸ੍ਰੀ ਹਰਿਮੰਦਰ ਸਾਹਿਬ ਦੇ ਚਰਨਾਂ ਦੇ ਵਿੱਚ ਰੱਖ ਕੇ ਹਰਿਮੰਦਰ ਸਾਹਿਬ ਮੱਥਾ ਟੇਕਿਆ ਸੀ ਵੀ ਇਹ ਹੁਣ ਉੱਥੇ ਨਮਸਕਾਰ ਕਰ ਰਿਹਾ ਹੈਗਾ ਇਹ ਤਖਤ ਇੱਥੇ ਮੌਜੂਦ ਹੈਗਾ ਇਹ ਤਾਂ ਉਹ ਸੇਲ ਤਖਤੇ ਤਾਉਸ ਉਹੀ ਹੈ ਜਿਹੜੀ ਹੁਣ ਵੀ ਇੱਥੇ ਮੌਜੂਦ ਹੈਗੀ ਆ ਜਿਹੜੇ 44 ਇੱਥੇ ਥੰਮ ਲੱਗੇ ਹੋਏ ਨੇ ਇਹ ਲਾਲ ਥੰਮ ਜਿਹੜੇ ਲਾਲ ਪੱਥਰ ਦੇ ਥੰਮ ਇਹ ਉੱਥੋਂ ਘੋੜਿਆਂ ਦੇ ਪਿੱਛੇ ਪਾ ਕੇ ਲੈ ਕੇ ਆਉਂਦੇ ਸੀ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਜੀ ਨੇ ਔਰ ਇਹ ਸਾਰੇ ਇਸ ਕਿਲੇ ਦੇ ਵਿੱਚ ਉਹ ਲੱਗੇ ਹੋਏ ਨੇ ਸੋ ਇਹ ਬੜੀ ਹੀ ਸਾਡੀ ਧਰੋਹਰ ਆ ਬੜੀ ਵਿਰਾਸਤੀ ਸਾਡੀ ਚੀਜ਼ ਆ ਜਿਹੜੀ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਮਾਣ ਮਹਿਸੂਸ ਹੋਇਆ ਖਾਸ ਕਰਕੇ ਮੈਂ ਪ੍ਰਧਾਨ ਸਾਹਿਬ ਬੀਬੀ ਜਗੀਰ ਕੌਰ ਜੀ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੀ ਸਾਰੀ ਸਿੱਖ ਜਗਤ ਦੀ ਜਿਹੜੀ ਚੁਰੁਕਣੀ ਮੰਗ ਸੀ ਉਹਨੂੰ ਇਹ ਸਵੀਕਾਰ ਕਰਕੇ ਇਸ ਨੂੰ ਰੂਪਮਾਨ ਕਰਨ ਵਾਸਤੇ ਅੱਜ ਇਹ ਸ਼ੁਰੂਆਤ ਕੀਤੀ ਹੈ ਪਰਮਾਤਮਾ ਅੱਗੇ ਅਰਦਾਸ ਹੈ ਛੇਤੀ ਤੋਂ ਛੇਤੀ ਤਿਆਰ ਹੋਵੇ ਔਰ ਸਿੱਖ ਸੰਗਤਾਂ ਵਾਸਤੇ ਇੱਥੇ ਆ ਜਾ ਕੇ ਉਹ ਇੱਥੇ ਆ ਕੇ ਆਪਣੇ ਜਿਹੜੀਆਂ ਮਨ ਦੀਆਂ ਖੁਸ਼ੀਆਂ ਹੈਗੀਆਂ ਉਹ ਸਾਂਝੀਆਂ ਕਰ ਸਕਣ ਜੀ ਸੋ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਲਈ ਅੱਜ ਦਾ ਜਿਹੜਾ ਦਿਨ ਹੈ ਉਹ ਬੇਹੱਦ ਖਾਸ ਹੈ ਤਖਤੇ ਤਾਉਸ ਦੀ ਜਿਹੜੀ ਗੱਲ ਭਾਈ ਰਾਮ ਸਿੰਘ ਹੋਰਾਂ ਨੇ ਕੀਤੀ ਬਿਲਕੁਲ ਉਸ ਦੇ ਨਾਲ ਅਸੀਂ ਬੈਠੇ ਹੋਏ ਹਾਂ ਤੇ ਅਕਸਰ ਹੀ ਜਦੋਂ ਅਸੀਂ ਇਸ ਦੀ ਆਵਾਜ਼ ਵੀ ਚੁੱਕੀ ਸੀ ਤਾਂ ਸਿੱਖ ਸੰਗਤਾਂ ਦੀ ਇਹ ਮੰਗ ਸੀ ਕਿ ਜੋ ਪਰਿਕਰਮਾ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਉਸ ਦੇ ਵਿੱਚੋਂ ਜ਼ਰੂਰ ਰਸਤਾ ਜਿਹੜਾ ਉਹ ਜੋ ਇਹ ਇਤਿਹਾਸਕ ਬੂੰਗੇ ਨੇ ਉਹਨਾਂ ਦੇ ਲਈ ਦਿੱਤਾ ਜਾਵੇ ਸੋ ਅੱਜ ਉਹ ਨੀਂਹ ਪੱਥਰ ਰੱਖਿਆ ਗਿਆ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਿਹੜੀਆਂ ਸੰਗਤਾਂ ਆਉਂਦੀਆਂ ਨੇ ਉਹ ਪਰਿਕਰਮਾ ਦੇ ਵਿੱਚੋਂ ਹੀ ਜਾ ਕੇ ਹੁਣ ਬੜਾ ਜਿਹੜਾ ਈਜ਼ੀ ਆਸਾਨੀ ਦੇ ਨਾਲ ਹੀ ਦਰਸ਼ਨ ਦਿਦਾਰੇ ਕਰ ਸਕਣਗੀਆਂ ਵਿਰਾਸਤ ਨੂੰ ਵੇਖ ਸਕਣਗੀਆਂ ਤੇ ਸਾਡੀ ਵੀ ਬੇਨਤੀ ਹੈ ਕਿ ਜਿਨ੍ਹਾਂ ਸੰਗਤਾਂ ਨੇ ਅਜੇ ਤੱਕ ਬੁੰਗਾ ਰਾਮਗੜੀਆ ਨਹੀਂ ਵੇਖਿਆ ਅੱਜ ਉਹ ਅਰਦਾਸ ਮੁਕੰਮਲ ਹੋਈ ਹੈ ਜਦੋਂ ਵੀ ਆਉਂਦੇ ਹੋ ਤਾਂ ਇਸ ਆਪਣੀ ਵਿਰਾਸਤ ਦੇ ਦਰਸ਼ਨ ਦਿਦਾਰੇ ਜ਼ਰੂਰ ਕਰੋ ਅੱਜ ਉਹ ਰਸਤਾ ਜਿਹੜਾ ਉਸ ਦੀ ਜਿਹੜਾ ਨੀਂਹ ਪੱਥਰ ਰੱਖ ਦਿੱਤਾ ਗਿਆ ਹੈ ਆਉਂਦੇ ਸਮੇਂ ਦੇ ਵਿੱਚ ਉਹ ਰਸਤਾ ਜਿਹੜਾ ਖੋਲ ਦਿੱਤਾ ਜਾਵੇਗਾ ਪਰਿਕਰਮਾ ਦੇ ਵਿੱਚੋਂ ਕੈਮਰਾ ਪਰਸਨ ਸਿਕੰਦਰ ਦੇ ਨਾਲ ਪਰਮਜੀਤ ਸਿੰਘ ABP ਸਾਂਝਾ ਅੰਮ੍ਰਿਤਸਰ